औज़ुबिल्लाहि बिस्मिल्लाहिर्रहमानिर्रहीम। अल्लाह जल्ले शानहू दे नाम दे नाल। अल्हम्दुलिल्लाहि रब्बिल आलमीन वल आक़िबतुल मुत्तकीन। अस्सलातु वस्सलामु अला रसूलिहिल करीम। दोस्तों अस्सलामु अलैकुम। मैं डॉक्टर मोहम्मद नसीर अहमद कहलों CNP न्यूज़ तो। दोस्तों ਵਿੱਚ ਕੋਈ ਨਾ ਕੋਈ ਵਕਫਾ ਆਉਂਦਾ ਰਹਿੰਦਾ, ਕਦੀ ਤੁਹਾਡੇ ਨਾਲ ਗੱਪਸ਼ਪ ਹੋ ਜਾਂਦੀ ਹੈ, ਖੈਰ ਖਰੀਅਤ ਵੀ ਪੁੱਛੀ ਜਾਂਦੀ ਆ, ਅੱਲਾ ਦਾ ਜ਼ਿਕਰ ਵੀ ਕਰ ਲਿੱਤਾ ਜਾਂਦਾ, ਮੁਲਕੀ ਹਾਲਾਤ, ਗੈਰ ਮੁਲਕੀ ਹਾਲਾਤ, ਇੰਟਰਨੈਸ਼ਨਲ ਹਾਲਾਤ, ਕਦੀ ਬਿਮਾਰੀਆਂ ਤੇ ਕਦੀ ਕੋਈ ਕਿਸੇ ਟੌਪਿਕ ਤੇ ਕਦੀ ਕਿਸੇ ਟੌਪਿਕ ਤੇ ਕੋਈ ਨਾ ਕੋਈ ਗੱਲ ਕਰਦੇ ਰਹੀਦਾ। ਇਹ ਸਿਰਫ ਇੱਕ ਰਾਬਤਾ ਮੁਹਿੰਮ ਹੈ ਤੁਹਾਡੇ ਦੋਸਤਾਂ ਦੇ ਨਾਲ ਕਿ ਖੈਰ ਖਰੀਅਤ ਵੀ ਹੁੰਦੀ ਜਾਏ ਔਰ ਨਾਲ ਇੱਕ ਦੂਸਰੇ ਦੇ ਗੁਫ਼ਤ ਸ਼ਨੀਦ ਹੁੰਦੀ ਜਾਏ। ਦੋਸਤੋ ਅੱਜ ਕੱਲ ਅੱਖਾਂ ਦੀ ਇੱਕ ਬਿਮਾਰੀ ਕਾਫੀ ਆਈ ਹੈ ਜਿਹਦਾ ਮੈਂ ਵੀ ਸ਼ਿਕਾਰ ਹੋਇਆ। ਤੁਸੀਂ ਦੇਖਿਆ ਹੋਵੇਗਾ ਸ਼ਾਇਦ ਕਿ ਇਹ ਇੱਕ ਅੱਖ ਜਾਂ ਦੋਨੋਂ ਅੱਖਾਂ ਖਰਾਬ ਹੁੰਦੀਆਂ ਨੇ ਕਿਸੇ ਇੱਕ ਮਰੀਜ਼ ਦੀਆਂ। ਉਸ ਤੋਂ ਬਾਅਦ ਉਹ ਸਾਰੇ ਘਰ ਦੇ ਜੀ ਭੁਗਤਾਉਂਦੇ ਆ। ਜਿਸ ਤਰ੍ਹਾਂ ਜ਼ੁਕਾਮ ਨਜ਼ਲਾ ਹੁੰਦਾ ਨਾ, ਇੱਕ ਬਿਮਾਰੀ ਇੱਕ ਘਰ ਚ ਵੜਨੀ ਹੈ ਜਾਂ ਖਾਰਿਸ਼ ਇੱਕ ਨੇ ਲੈ ਕੇ ਆਉਣੀ ਹੈ, ਉਹ ਬਾਕੀ ਸਾਰੇ ਉਹਦੇ ਨਾਲ ਭੁਗਤਣੇ ਨੇ। ਇਸੇ ਤਰ੍ਹਾਂ ਇਹ ਵਾਇਰਲ ਕੰਜਕਟਿਵਾਈਟਸ ਹੈ, ਅੱਖਾਂ ਦੀ ਇੱਕ ਬਿਮਾਰੀ ਹੈ ਜਿਹੜੀ ਹੁਣ ਪ੍ਰੀਵੇਲ ਕਰ ਰਹੀ ਹੈ ਸਾਡੇ ਮੁਲਕ 'ਚ। ਬਲਕਿ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਬਾ ਦੀ ਸੂਰਤ 'ਚ ਚੱਲੀ ਹੈ, ਬਹੁਤ ਸਾਰੇ ਲੋਕਾਂ ਤੱਕ ਗਈ ਹੋਈ ਹੈ, ਜਿਹਦੇ 'ਚ ਇਹ ਹੁੰਦਾ ਕਿ ਅੱਖਾਂ 'ਚ ਸੁਰਖੀ ਆ ਜਾਂਦੀ ਹੈ, ਇਚਿੰਗ ਹੁੰਦੀ ਹੈ, ਖਾਰਿਸ਼ ਹੁੰਦੀ ਹੈ, ਉਸ ਤੋਂ ਇਲਾਵਾ ਪਾਣੀ ਚੱਲਦਾ ਵੇ, ਆਵਾਜ਼ਾਰੀ ਹੁੰਦੀ ਹੈ। ਤੇ ਸਭ ਤੋਂ ਬੁਰੀ ਗੱਲ ਇਹਦੇ 'ਚ ਇਹ ਆ ਕਿ ਹਰ ਬੰਦਾ ਹੀ ਇੱਥੇ ਡਾਕਟਰ ਹੈ। 24 ਕਰੋੜ, ਮੈਂ ਅਕਸਰ ਕਹਿੰਦਾ 24 ਕਰੋੜ ਆਬਾਦੀ ਹੈ ਪਾਕਿਸਤਾਨ 'ਚ, ਵਿੱਚ 10 ਸਾਲ ਦੇ ਬੱਚਿਆਂ ਨੂੰ ਛੱਡ ਦਿਓ, ਵਿੱਚੋਂ ਤੁਸੀਂ ਉਹ 8-9 ਕਰੋੜ ਕੱਢ ਦਿਓ ਵਿੱਚੋਂ, ਬਾਕੀ ਸਾਰੇ ਡਾਕਟਰ ਹੀ ਨੇ ਇੱਥੇ। ਉਹ ਆਪਣੀ ਡਾਕਟਰੀ ਕਰਨੀ ਸ਼ੁਰੂ ਕਰ ਦੇਣਗੇ, ਕੋਈ ਕੁਛ ਕਰੇਗਾ, ਕੁਛ ਕਰੇਗਾ, ਕੁਛ ਕਰੇਗਾ। ਅਲਟੀਮੇਟਲੀ ਹੋਏਗਾ ਕਿ ਉਹ ਠੀਕ ਹੋਵੇ ਨਾ ਹੋਵੇ, ਨਵੀਆਂ ਬਿਮਾਰੀਆਂ ਸ਼ੁਰੂ ਹੋ ਜਾਣਗੇ, ਨਵੇਂ ਮਸਾਇਲ ਸ਼ੁਰੂ ਹੋ ਜਾਣਗੇ। ਦੋਸਤੋ ਮੇਰਾ ਵੀ ਇਹੀ ਮਸਲਾ ਹੋਇਆ। ਡਾਕਟਰ ਇਜਾਜ਼ ਪੱਟੀ ਸਾਹਿਬ ਨੇ ਆਪਣੇ ਹਫਤੇ ਬਾਅਦ ਆਉਂਦੇ ਨੇ ਇੱਥੇ, ਹੁਸੈਨ ਟਰਸਟ 'ਚ ਬਹਿੰਦੇ ਨੇ ਹਫਤਾ ਇਤਵਾਰ 2 ਦਿਨ। ਮੈਂ ਉਹ ਬੜੇ ਮਾਸ਼ਾਅੱਲਾ ਡਾਕਟਰ ਹੋਣ ਦੇ ਨਾਲ ਨਾਲ ਬੜੇ ਉਹ ਮਤਲਬ ਹੈ ਨੇ ਰਹਿਮਦਿਲ ਇਨਸਾਨ ਵੀ ਨੇ। ਤੇ ਅਕਸਰ ਮੈਂ ਕਿਸੇ ਕੋਈ ਮਸਲਾ ਆਵੇ ਤੇ ਡਾਕਟਰ ਨਾਸਰ ਜਮੀਲ ਸਾਹਿਬ ਤੇ ਚਲੇ ਗਏ ਨੇ ਸਾਊਦੀ ਅਰਬ, ਉਹ ਉੱਥੇ ਹੀ ਬੱਚੇ ਘੁੰਮਦੇ ਨੇ। ਤੇ ਅਕਸਰ ਔਕਾਤ ਅਗਰ ਕੋਈ ਕੇਸ ਹੁੰਦਾ ਤੇ ਉਹਨਾਂ ਲਈ ਭੇਜਣਾ, ਰੈਫਰ ਕਰਨਾ, ਕਿਉਂਕਿ ਸਾਡੇ ਸਾਂਗਲਰ 'ਚ ਸਿਰਫ ਇੱਕੋ ਹੀ ਡਾਕਟਰ ਹੈ, ਡਾਕਟਰ ਇਜਾਜ਼ ਭੱਟੀ ਸਾਹਿਬ, ਜਿਹੜੇ ਹਫਤੇ ਔਰ ਇਤਵਾਰ ਨੂੰ 2 ਦਿਨ ਬਹਿੰਦੇ ਨੇ। ਦੋਸਤੋ ਮੈਨੂੰ ਜਦੋਂ ਤਕਲੀਫ ਹੋਈ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਯਾਰ ਮੇਰੀ ਅੱਖਾਂ ਖਰਾਬ ਹੋ ਗਈਆਂ ਤੇ ਦੱਸੋ ਕੋਈ ਹੱਲ। ਮੈਨੂੰ ਕਹਿੰਦੇ ਟੈਲੀਫੋਨ ਤੇ ਕਿ ਇਹ ਚੀਜ਼ਾਂ ਇਸਤੇਮਾਲ ਕਰੋ। ਮੈਂ ਕਿਹਾ ਅੱਛਾ ਚਲੋ ਠੀਕ ਹੈ, ਲੇਕਿਨ ਮੈਂ ਬਿਹਤਰ ਇਹ ਸਮਝਿਆ, ਮੈਂ ਬਤੌਰੇ ਡਾਕਟਰ ਵੀ ਇਹ ਬਿਹਤਰ ਸਮਝਿਆ ਕਿ ਉਹਨਾਂ ਨੂੰ ਖੁਦ ਜਾ ਕੇ ਦਿਖਾਇਆ ਜਾਏ ਔਰ ਕੰਸਲਟੇਸ਼ਨ ਤੋਂ ਬਾਅਦ ਜੋ ਵੀ ਉਹ ਮੁਨਾਸਬ ਸਮਝਣ, ਚੈੱਕ ਕਰ ਲੈਣ, ਮੈਨੂੰ ਐਗਜ਼ਾਮਿਨ ਕਰ ਲੈਣ ਮੇਰੀਆਂ ਅੱਖਾਂ। ਉਸ ਤੋਂ ਬਾਅਦ ਜੋ ਕਹਿਣਗੇ ਉਹਦੇ ਮੁਤਾਬਕ ਫਿਰ ਇਲਾਜ ਕਰ ਲਾਂਗੇ। ਫਿਰ ਉਹਨਾਂ ਨੂੰ ਚੈੱਕ ਕਰਾਇਆ, ਉਹਨਾਂ ਨੇ ਬੜੇ ਮਤਲਬ ਇੱਜ਼ਤ ਤੋਂ ਇਹਤਰਾਮ ਨਾਲ ਚੈੱਕ ਵੀ ਕੀਤਾ, ਫਿਰ ਬਲਕਿ ਮੈਨੂੰ ਦਵਾਈ ਵੀ ਆਪਣੇ ਕੋਲੋਂ ਦਿੱਤੀ ਔਰ ਤਾਕੀਦ ਵੀ ਕੀਤੀ ਕਿ ਇਸ ਤਰ੍ਹਾਂ ਇਸਤੇਮਾਲ ਕਰਨੀ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਮੈਨੂੰ ਨਾ ਆਪਣੇ ਪੈਡ ਦੇ ਉੱਤੇ ਦਵਾਈਆਂ ਵੀ ਲਿਖ ਕੇ ਦਿਓ ਤੇ ਤਰੀਕੇਕਾਰ ਵੀ ਲਿਖ ਕੇ ਦਿਓ ਜਿਸ ਤਰ੍ਹਾਂ ਮੈਂ ਇਸਤੇਮਾਲ ਕਰਨੀ ਆ, ਜਸਟ ਇੱਕ ਪੇਸ਼ੈਂਟ ਦੀ ਤਰ੍ਹਾਂ। ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਇਹ ਆ ਕਿ ਮਰੀਜ਼ ਜਿਹੜਾ ਉਹ ਮਰੀਜ਼ ਹੁੰਦਾ, ਖਾ ਉਹ ਡਾਕਟਰ ਹੋਵੇ, ਖਾ ਉਹ ਵਜ਼ੀਰ ਆਜ਼ਮ ਹੋਵੇ, ਖਾ DC ਹੋਵੇ, ਖਾ ਗਵਰਨਰ ਹੋਵੇ, ਵਾਟਐਵਰ ਜੋ ਵੀ ਆ, ਉਹ ਮਰੀਜ਼ ਮਰੀਜ਼ ਹੀ ਆ। ਔਰ ਡਾਕਟਰ ਨੂੰ ਚਾਹੀਦਾ ਕਿ ਉਹਨੂੰ ਬਿਲਕੁਲ ਹਰ ਬੰਦੇ ਨੂੰ ਮਰੀਜ਼ ਦੀ ਤਰ੍ਹਾਂ ਸਮਝਾਏ, ਉਹਨੂੰ ਮਰੀਜ਼ ਦੀ ਤਰ੍ਹਾਂ ਡੀਲ ਕਰੇ ਔਰ ਉਹਨੂੰ ਸਮਝਾਏ ਕਿ ਇਹ ਦਵਾਈ ਇਸ ਤਰ੍ਹਾਂ, ਇਹ ਦਵਾਈ ਇਸ ਤਰ੍ਹਾਂ, ਔਰ ਇਹ ਦਵਾਈ ਇਸਤੇਮਾਲ ਕਰਨੀ ਹੈ। ਬਹਰਹਾਲ ਬੜੀ ਮਿਹਰਬਾਨੀ ਕੀਤੀ ਭੱਟੀ ਸਾਹਿਬ ਨੇ ਕਿ ਉਹ ਸਾਰੀ ਦਵਾਈ ਮੈਨੂੰ ਲਿਖ ਕੇ ਦਿੱਤੀ, ਦਵਾਈ ਦਿੱਤੀ ਵੀ ਔਰ ਸਮਝਾ ਕੇ ਵੀ ਕਿਸ ਤਰ੍ਹਾਂ ਇਸਤੇਮਾਲ ਕਰਨੀ ਹੈ। ਉਹ ਮੈਂ ਕੱਲ ਦੀ ਸ਼ੁਰੂ ਵੀ ਕੀਤੀ ਹੈ ਅਲਹਮਦੁਲਿਲਾ, ਆਹਿਸਤਾ ਆਹਿਸਤਾ, ਕਿਉਂਕਿ ਇਹ ਵਾਇਰਲ ਬਿਮਾਰੀ ਹੈ, ਵਾਇਰਸ ਡਿਜ਼ੀਜ਼ ਹੈ। ਇਹਦੇ ਨਾਲ ਏਡੀ ਜਲਦੀ ਇਹ ਠੀਕ ਨਹੀਂ ਹੁੰਦੀ, ਬਲਕਿ ਇਹ ਥੋੜਾ ਜਿਹਾ ਟਾਈਮ ਲੈ ਜਾਂਦੀ ਹੈ। ਬਹਰਹਾਲ ਇਹਦੇ 'ਚ ਇਹ ਵੀ ਖਤਰਾ ਹੁੰਦਾ ਕਿ ਇੱਕ ਅੱਖ 'ਚ ਅਗਰ ਹੋਈ ਆ ਤੇ ਦੂਸਰੀ 'ਚ ਨਾ ਹੋ ਜਾਏ, ਜਾਂ ਇੱਕ ਘਰ 'ਚ ਜੀ ਜੋ ਹੋਈ ਆ ਤੇ ਦੂਸਰੇ ਜੀਆਂ ਨੂੰ ਨਾ ਲੱਗ ਜਾਏ, ਕਿਉਂਕਿ ਟਾਲ ਇਸਤੇਮਾਲ ਕਰਦੇ, ਤੌਲੀਏ ਵਗੈਰਾ ਇਸਤੇਮਾਲ ਕਰਦੇ ਨਾ ਇੱਕ ਦੂਸਰੇ ਦਾ। ਹਾਲਾਂਕਿ ਸਾਡੇ ਘਰ 'ਚ ਤੇ ਨਹੀਂ ਹੈ, ਹਰ ਬੰਦੇ ਦਾ ਅਲੱਗ ਹੀ ਟਾਲ ਹੈ, ਲੇਕਿਨ ਅਕਸਰ ਘਰਾਂ 'ਚ ਇਸ ਤਰ੍ਹਾਂ ਹੁੰਦਾ ਜਾਂ ਦਫ਼ਤਰਾਂ 'ਚ ਇਸ ਤਰ੍ਹਾਂ ਹੁੰਦਾ ਕਿ ਇੱਕ ਹੀ ਟਾਲ ਜਿਹੜਾ ਉਹ ਸਾਰੇ ਜਿਹੜੇ ਇਸਤੇਮਾਲ ਕਰੀ ਜਾਂਦੇ ਆ। ਉਹਦੇ ਨਾਲ ਇਹ ਹੁੰਦਾ, ਇਹ ਕੰਟੈਗੂਅਸ ਡਿਜ਼ੀਜ਼ ਹੈ, ਇਹ ਟਰਾਂਸਮਿਟ ਹੁੰਦੀ ਹੈ ਇੱਕ ਤੋਂ ਦੂਸਰੇ ਤੋਂ, ਉਹ ਫਿਰ ਇੱਕ ਨੂੰ ਤੋਂ ਦੂਸਰੇ ਨੂੰ, ਦੂਸਰੇ ਤੋਂ ਤੀਸਰੇ ਨੂੰ, ਇਸ ਤਰ੍ਹਾਂ ਚੱਲਦੀ ਰਹਿੰਦੀ ਹੈ। ਦੋਸਤੋ ਇਸ ਦੀ ਵਜ੍ਹਾ ਕੀ ਆ? ਇਸ ਦੀ ਬਜ਼ਾਹਰ ਕੋਈ ਵਜ੍ਹਾ ਨਹੀਂ ਹੈ। ਵਾਇਰਸ ਆਇਆ ਵੇ, ਇਹ ਕਿਸੇ ਵੀ ਇਲਾਕੇ 'ਚ ਹੋ ਸਕਦਾ ਔਰ ਕਿਸੇ ਵੀ ਟਾਈਮ ਆ ਸਕਦਾ।
ਜਦੋਂ ਇਹ ਸ਼ੁਰੂ ਹੋ ਜਾਏਗਾ ਫਿਰ ਇਹ ਸਪਰੈਡ ਕਰਦਾ ਜਾਏਗਾ, ਚੱਲਦਾ ਜਾਏਗਾ ਔਰ ਅਲਟੀਮੇਟਲੀ ਬਹੁਤ ਸਾਰੇ ਲੋਕ ਇਹ 'ਚ ਸਫਰ ਕਰਨਗੇ। ਉਹਦਾ ਸਭ ਤੋਂ ਬਿਹਤਰੀਨ ਹੱਲ ਇਹ ਆ ਮੇਰੇ ਖਿਆਲ ਦੇ ਮੁਤਾਬਕ ਕਿ ਅਸੀਂ ਬਤੌਰ ਡਾਕਟਰ ਮੈਂ ਗੱਲ ਕਰ ਰਿਹਾ ਕਿ ਕੋਸ਼ਿਸ਼ ਕਰਿਆ ਕਰੋ ਕਿ ਐਨਕ ਲਗਾ ਕੇ ਚੱਲੋ ਫਿਰੋ। ਐਨਕ ਅਗਰ ਨਜ਼ਰ ਦੀ ਆ ਤੇ ਉਹ ਤੇ ਮਜਬੂਰੀ ਆ, ਅਗਰ ਨਜ਼ਰ ਦੀ ਨਹੀਂ ਹੈ ਤੇ ਮੋਟਰਸਾਈਕਲ ਚਲਾਓ ਤੇ ਲਾਜ਼ਮੀ ਐਨਕ ਜਾਂ ਹੈਲਮਟ ਇਸਤੇਮਾਲ ਕਰੋ। ਅਗਰ ਤੁਹਾਨੂੰ ਮਸਲਾ ਹੈ ਨਾਈਟ ਦਾ ਕਿ ਰਾਤ ਤੇ ਐਨਕ ਕਲਰ ਨਹੀਂ ਲਗਾਈ ਜਾ ਸਕਦੀ, ਸਫੇਦ ਐਨਕ ਲਗਾ ਲੈਣੀ ਚਾਹੀਦੀ ਆ। ਐਨਕ ਲਗਾਉਣ ਨਾਲ ਇਹ ਬਿਹਤਰੀ ਹੋ ਸਕਦੀ ਆ ਕਿ ਇੱਕ ਤਾਂ ਦੂਸਰੇ ਨਾਲ ਜਿਹੜੇ ਕੰਟੈਗੁਅਸ ਕੰਟੈਕਟ ਹੋਣਾ ਵੇ ਉਹ ਜ਼ਰਾ ਬਚਤ ਹੋ ਜਾਂਦੀ ਆ ਔਰ ਉਹਦੇ ਨਾਲ ਬਚਿਆ ਜਾ ਸਕਦਾ। ਦੂਸਰੇ ਨੰਬਰ ਤੇ ਆ ਕਿ ਹਰ ਦੋਸਤ ਨੂੰ ਬਤੌਰ ਮੁਸਲਮ ਇਹ ਆਪਣੇ ਨਮਾਜ਼ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਜਦੋਂ 5 ਵਕਤ ਤੋਂ ਨਮਾਜ਼ ਪੜ੍ਹੇਗਾ 5 ਵਕਤ ਵਜ਼ੂ ਵੀ ਕਰੇਗਾ। ਜਦੋਂ ਵਜ਼ੂ ਕਰੇਗਾ ਅੱਖਾਂ 'ਚ ਪਾਣੀ ਤਾਜ਼ਾ ਛਿੱਟੇ ਮਾਰੇਗਾ, ਕਿਉਂਕਿ ਜਦੋਂ ਇਹ ਇਨਫੈਕਸ਼ਨ ਹੁੰਦੀ ਆ ਇਹਦੇ ਨਾਲ ਇਨਫੈਕਸ਼ਨ ਦੇ ਨਾਲ ਅੱਖਾਂ ਦੀ ਡਰਾਈਨੈਸ ਵੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਪਾਣੀ ਚੱਲ ਰਿਹਾ ਹੁੰਦਾ, ਅੱਖਾਂ 'ਚ ਪਾਣੀ ਜ਼ਿਆਦਾ ਚੱਲਣਾ ਨਾਲ ਨਾਲ ਅੱਖਾਂ ਡਰਾਈ ਹੁੰਦੀ ਜਾਣੀਆਂ। ਉਹ ਜਦੋਂ ਤੁਸੀਂ ਵਜ਼ੂ ਕਰੋਗੇ ਅੱਖਾਂ 'ਚ ਪਾਣੀ ਵੀ ਸਿੱਟੋਗੇ, ਉਸ ਤੋਂ ਬਾਅਦ ਕਤਰੇ ਵਗੈਰਾ ਇਸਤੇਮਾਲ ਕਰੋਗੇ, ਦਵਾਈ ਜੋ ਡਾਕਟਰ ਕਹੇ ਉਹਦੇ ਮੁਤਾਬਕ ਇਸਤੇਮਾਲ ਕਰੋਗੇ ਤੇ ਇਨਸ਼ਾਅੱਲਾ ਇੰਪਰੂਵਮੈਂਟ ਜਲਦੀ ਹੋ ਜਾਂਦੀ, ਜਲਦੀ ਠੀਕ ਹੋ ਜਾਂਦਾ। ਲੇਕਿਨ ਸਾਡੇ ਕੁਝ ਲੋਕ ਅਜੀਬੋ ਗਰੀਬ ਹਰਕਤਾਂ ਵੀ ਕਰਦੇ ਨੇ, ਉਹ ਖਰਾਬ ਹੋ ਗਏ ਤਾਂ ਸੁਰਮਾ ਪਾਉਣਾ ਸ਼ੁਰੂ ਕਰ ਦੇਣਗੇ, ਉਹ ਹੋਰ ਛਿੱਲ ਕੇ ਬਹਿ ਜਾਣਗੇ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਕਰ ਲੈਣਗੇ ਕਿ ਆਪਣੀ ਡਾਕਟਰੀ ਨਾਲ ਉਹ ਜੇ ਸਿਰਫ ਕੰਜੰਕਟਾਵਾਈਟਸ ਆ ਉਹ ਅੱਖਾਂ ਦੇ ਅਲਸਰ ਕਰਕੇ ਤੇ ਬੈਠ ਜਾਣਗੇ, ਉਹਨੂੰ ਮਲ ਕੇ ਜਾਂ ਉਹਨੂੰ ਰਗੜ ਕੇ ਜਾਂ ਰੰਗ ਬਰੰਗੀਆਂ ਦਵਾਈਆਂ ਇਸਤੇਮਾਲ ਕਰਨ ਤੋਂ ਬਾਅਦ ਉਹ ਅੱਖ ਨੂੰ ਠੀਕ ਕਰਨ ਦੀ ਬਜਾਏ ਮਜ਼ੀਦ ਖਰਾਬ ਕਰ ਲੈਣਗੇ। ਲਿਹਾਜ਼ਾ ਇੱਕ ਤੇ ਆਪਣੀ ਡਾਕਟਰੀ ਕਦੀ ਵੀ ਕੋਸ਼ਿਸ਼ ਕਰੋ ਕਿ ਨਾ ਕੀਤੀ ਜਾਏ। ਦੂਸਰੇ ਨੰਬਰ ਤੇ ਮੈਂ ਤੁਹਾਡੇ ਅੱਗੇ ਮਿਸਾਲ ਦੇ ਰਿਹਾ ਕਿ ਬਤੌਰ ਡਾਕਟਰ ਵੀ ਮੈਂ ਆਪਣੀ ਦਵਾਈ ਇਸਤੇਮਾਲ ਨਹੀਂ ਕੀਤੀ, ਆਪਣੇ ਕੋਲੋਂ ਨਹੀਂ ਇਸਤੇਮਾਲ ਕੀਤੀ, ਇੱਕ ਸਪੈਸ਼ਲਿਸਟ ਡਾਕਟਰ ਜਿਹੜੇ ਹੈ ਨੇ ਅੱਖਾਂ ਦੇ ਉਹਨੂੰ ਚੈੱਕ ਕਰਾਇਆ, ਉਹਨਾਂ ਦੇ ਐਡਵਾਈਸ ਦੇ ਮੁਤਾਬਕ ਉਹਨਾਂ ਦੀ ਦਿੱਤੀ ਹੋਈ ਦਵਾਈ ਜਿਹੜੀ ਆ ਉਹਨਾਂ ਦੇ ਤਾਕੀਦ ਦੇ ਮੁਤਾਬਕ ਮੈਂ ਉਹਨੂੰ ਇਸਤੇਮਾਲ ਕਰ ਰਿਹਾ। ਤਾਂ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਕਰਮ ਨਾਲ ਮੈਂ ਠੀਕ ਹੋ ਜਾਵਾਂਗਾ, ਕਿਉਂਕਿ ਅੱਲਾਹ ਤਾਲਾ ਅਥਾਰਟੀ ਜਿਹੜੀ ਆ ਉਹ ਚ ਡਾਕਟਰ ਨਹੀਂ ਹੈ। ਬਿਮਾਰੀ ਨੂੰ ਠੀਕ ਕਰਨਾ ਡਾਕਟਰ ਦਾ ਕੰਮ ਨਹੀਂ ਹੈ, ਡਾਕਟਰ ਦਾ ਕੰਮ ਸਿਰਫ ਇਲਾਜ ਕਰਨਾ ਹੈ ਔਰ ਠੀਕ ਕਰਨਾ ਹੈ ਮੇਰੇ ਅੱਲਾ ਦਾ ਕੰਮ। ਲਿਹਾਜ਼ਾ ਅਗਰ ਤੁਸੀਂ ਨਮਾਜ਼ਾਂ ਪੜ੍ਹਦੇ ਹੋ, ਵਜ਼ੂ ਕਰਦੇ ਹੋ, ਅੱਖਾਂ 'ਚ ਪਾਣੀ ਛਾਣੀ ਪਾਉਂਦੇ ਹੋ, ਬਹੁਤ ਸਾਰੇ ਮਸਾਇਲ ਤੁਹਾਡੇ ਠੀਕ ਹੋ ਜਾਂਦੇ ਆ। ਅੱਖਾਂ ਦੇ ਨੱਕ 'ਚ ਪਾਣੀ ਪਾਉਂਦੇ ਹੋ, ਨੱਕ ਸਾਫ਼ ਹੋ ਜਾਂਦਾ, ਨੱਕ ਦੇ ਮਸਾਇਲ ਠੀਕ ਹੋ ਜਾਂਦੇ ਆ। ਵਜ਼ੂ ਕਰਦੇ ਹੋ, ਜਦੋਂ ਤੁਸੀਂ ਮੂੰਹ 'ਚ ਕੁਲੀ ਕਰਦੇ ਹੋ, ਮੂੰਹ 'ਚ ਪਾਣੀ ਪਾ ਕੇ ਸਫਾਈ ਕਰਦੇ ਹੋ, ਉਹਦੇ ਨਾਲ ਮੂੰਹ ਦੇ ਬਹੁਤ ਸਾਰੇ ਮਸਾਇਲ ਹੱਲ ਹੋ ਜਾਂਦੇ ਨੇ। ਲਿਹਾਜ਼ਾ ਇੱਕ ਤੇ ਇਹ ਆਦਤ ਬਣਾ ਲਓ ਕਿ ਬਤੌਰ ਮੁਸਲਮ ਸਾਡੇ ਤੇ ਫਰਜ਼ ਨੇ 5 ਨਮਾਜ਼ਾਂ ਔਰ ਕਮ ਸੇ ਕਮ ਫਰਜ਼ ਨਮਾਜ਼ਾਂ 5 ਨੇ, ਕਮ ਸੇ ਕਮ ਅਸੀਂ 5 ਤੇ ਪੜ੍ਹੀਏ ਨਾ ਜਿਹੜੀਆਂ ਫਰਜ਼ ਨੇ। ਜਿਹੜੇ ਸੁਨਨਤ ਨੇ ਜਾਂ ਜਿਹੜੀਆਂ ਨਫਲੀ ਨਮਾਜ਼ਾਂ ਨੇ ਉਹ ਨਾ ਵੀ ਪੜ੍ਹੀ ਜਾਣ ਤੇ ਚਲੋ ਇਨਸਾਨ ਦਾ ਆਪਣੇ ਮਾਮਲਾ ਆਪਣੇ ਅੱਲਾ ਦੇ ਨਾਲ, ਲੇਕਿਨ ਫਰਜ਼ ਨਮਾਜ਼ਾਂ ਪੜ੍ਹਨ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਨਾ ਪੜ੍ਹੀਆਂ ਜਾਣ। ਲਿਹਾਜ਼ਾ ਇੱਕ ਤੇ ਨਮਾਜ਼ ਪੜ੍ਹਿਆ ਕਰੋ, ਅੱਲਾ ਤੋਬਾ ਕਰਿਆ ਕਰੋ, ਅੱਲਾ ਕੋ ਸ਼ਫਾ ਮੰਗਿਆ ਕਰੋ, ਕਿਉਂਕਿ ਅੱਲਾ ਦੀ ਜ਼ਾਤ ਹੀ ਸਭ ਤੋਂ ਬੜੀ ਸ਼ਫਾ ਦਿੰਦੇ ਵੱਲਾਹੁ ਖੈਰੁਲ ਸ਼ਾਫੀਨ। ਤੇ ਆਪਣੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ। ਮਸਲਾ ਆ ਜੇ, ਤਕਲੀਫ ਹੋ ਜੇ, ਮੇਰੇ ਇੱਕ ਦੋਸਤ ਸਨ ਡਾਕਟਰ ਆਪਣੇ ਮੀਆਂ ਜ਼ੁਲਫਕਾਰ ਸਾਹਿਬ ਵਕੀਲ ਸਨ, ਉਹਨਾਂ ਦੀ ਅਕਸਰ ਗੱਲ ਮੈਨੂੰ ਯਾਦ ਆ ਜਾਂਦੀ, ਉਹ ਬੜੀ ਵਾਂਗੇਦਾਰ ਗੱਲ ਕਰ ਦਿੰਦੇ ਕਿ ਜਦੋਂ ਕਿਤੇ ਬਿਮਾਰ ਹੋ ਜਾਓ ਅੱਛੇ ਡਾਕਟਰ ਨੂੰ ਦਿਖਾਓ, ਕਿਉਂਕਿ ਭੈੜੇ ਕੋ ਜਾਓਗੇ ਤੇ ਤੁਹਾਨੂੰ ਉਹ 6 ਫੁੱਟ ਜ਼ਮੀਨ ਦੇ ਥੱਲੇ ਲੈ ਜਾਏਗਾ। ਜਦੋਂ ਕੋਈ ਤੁਹਾਨੂੰ ਕਾਨੂੰਨੀ ਮਸਲਾ ਆ ਜਾਏ, ਕੋਈ ਲੜਾਈ ਝਗੜਾ ਜਾਂ ਕੋਈ ਕਾਨੂੰਨ ਦੇ ਮੁਤਾਬਕ ਕੋਈ ਮਸਾਇਲ ਆ ਜਾਣ ਤੇ ਫਿਰ ਤੁਸੀਂ ਅੱਛਾ ਵਕੀਲ ਕਰੋ, ਵਗਰਨਾ ਭੈੜਾ ਵਕੀਲ ਤੁਹਾਨੂੰ ਜ਼ਮੀਨ ਤੋਂ 6 ਫੁੱਟ ਉੱਪਰ ਲੈ ਜਾਏਗਾ। ਲਿਹਾਜ਼ਾ ਦੋਸਤੋ कोशिश करनी चाहिए, अच्छा करो, अच्छा सोचो, अच्छा मंगो अल्लाह को और इंशाअल्लाह फिर अच्छा ही होएगा। अस्सलाम वालेकुम, अल्लाह हाफिज।